ਸਾਰਿਆਂ ਨੂੰ ਰਾਧਾ ਸਵਾਮੀ ਜੀ। ਤੁਸੀਂ ਜਿੱਥੇ ਵੀ ਹੋਵੋਗੇ ਸਾਰੇ ਖੁਸ਼ ਹੋਵੋਗੇ, ਇਹੀ ਮੈਂ ਆਸ਼ਾ ਕਰਦਾ ਹਾਂ। ਅੱਜ 29 ਦਸੰਬਰ 2025 ਨੂੰ ਦਿਨ ਸ਼ਨੀਵਾਰ ਨੂੰ ਅੱਜ ਫਿਰ ਹਜ਼ੂਰ ਜੀ ਵੱਲੋਂ ਸਵਾਲ ਜਵਾਬ ਕੀਤੇ ਗਏ। ਅੱਜ ਵੀ ਬਾਬਾ ਜੀ ਸਟੇਜ ਦੇ ਉੱਤੇ ਨਹੀਂ ਆਏ। ਜਿਹੜੇ ਸਵਾਲ ਉੱਥੇ ਪੁੱਛੇ ਗਏ ਹਨ ਮੈਂ ਤੁਹਾਨੂੰ ਸ਼ੋਰਟ ਸਮਰੀ ਦੇ ਵਿੱਚ ਸਾਂਝਾ ਕਰਨ ਲੱਗਾ ਹਾਂ। ਜਿਨ੍ਹਾਂ ਨੂੰ ਵੀ ਸੁਣਨਾ ਹੈ ਬੜੇ ਪਿਆਰ ਦੇ ਨਾਲ ਸੁਣ ਸਕਦੇ हैं जी। ਸਵਾਲ ਜਵਾਬ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਸ਼ਬਦ ਗਾਏ ਗਏ। ਇੱਕ ਸ਼ਬਦ ਸੀ ਦਿਲ ਲੋਚੇ ਮਾਹੀ ਯਾਰ ਨੂੰ। ਅਗਲਾ ਸ਼ਬਦ ਸੀ ਅਬ ਤੋਹੇ ਜਾਨ ਨਾ ਦੇਉ ਰਾਮ ਪਿਆਰੇ। ਫਿਰ ਸ਼ਬਦ ਸੀ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਪਹਿਲਾ ਸਵਾਲ, ਹਜ਼ੂਰ ਜੀ ਜਿਹੜਾ ਸਾਡਾ ਮਨ ਹੈ ਉਹ ਕਾਮ ਕ੍ਰੋਧ ਮੋਹ ਲੋਭ ਦੇ ਅਧੀਨ ਹੈ, ਆਪਾਂ ਇਹਨਾਂ ਨੂੰ ਕਿਵੇਂ ਕਰ ਸਕਦੇ ਹਾਂ? ਹਜ਼ੂਰ ਜੀ ਨੇ ਕਿਹਾ ਕਿ ਜੇ ਦੇਖੋ ਬੇਟਾ, ਜੇ ਆਪਾਂ ਇਸ ਤਰੀਕੇ ਦੇ ਨਾਲ ਹੀ ਆਪਣੀ ਜ਼ਿੰਦਗੀ ਨੂੰ ਜਿੰਦੇ ਰਵਾਂਗੇ ਤਾਂ ਬੇਟਾ ਫਿਰ ਸਾਡੇ ਤੇ ਜਿਹੜੀ ਨਿਚਲੀਆਂ ਜੂਨੀਆਂ ਹਨ ਉਹਦੇ ਵਿੱਚ ਕੀ ਫਰਕ ਰਹਿ ਜਾਊਗਾ? ਬੇਟਾ ਸਾਨੂੰ ਸਮਝਣ ਦੀ ਲੋੜ ਹੈ। ਆਪਾਂ ਸਮਝਾਂਗੇ, ਆਪਣੇ ਆਪ ਦੇ ਦਾਇਰੇ ਨੂੰ ਸਮਝਾਂਗੇ ਤਾਂ ਹੀ ਤਾਂ ਫਿਰ ਬੇਟਾ ਕੁਝ ਹੋਵੇਗਾ। ਅਗਲਾ ਸਵਾਲ, ਹਜ਼ੂਰ ਜੀ ਸਾਡਾ ਜਿਹੜਾ ਮਨ ਹੈ ਉਹ ਬਹੁਤ ਰਿਐਕਟ ਕਰਦਾ ਹੈ। ਹਜ਼ੂਰ ਜੀ ਨੇ ਕਿਹਾ ਕਿ ਦੇਖੋ ਬੇਟਾ, ਜਦ ਸਾਡਾ ਮਨ ਇੱਕ ਤਰਫਾ ਹੋ ਜਾਂਦਾ ਹੈ ਤਾਂ ਫਿਰ ਇਹ ਰਿਐਕਟ ਕਰਦਾ ਹੈ। ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬੈਲੈਂਸ ਰੱਖਣ ਦੀ ਲੋੜ ਹੈ। ਇਹ ਨਹੀਂ ਕਿ ਆਪਾਂ ਸਿਰਫ ਪਰਮਾਰਥ ਦੇ ਵੱਲ ਹੀ ਰਹੀਏ। ਬੇਟਾ ਆਪਣੇ ਕੰਮਕਾਜ ਨੂੰ ਵੀ ਵਕਤ ਦੇਈਏ ਤੇ ਪਰਮਾਰਥ ਨੂੰ ਵੀ ਵਕਤ ਦੇਈਏ। ਸਾਡੇ ਵੱਲੋਂ 24 ਘੰਟੇ ਦਿੱਤੇ ਗਏ ਹਨ, ਆਪਾਂ ਨੂੰ ਇਕੁਅਲੀ ਉਹਨਾਂ ਨੂੰ ਡਿਵਾਈਡ ਕਰਨਾ ਹੈ। ਸਾਰੇ ਕੰਮਾਂ ਨੂੰ ਟਾਈਮ ਦੇਣਾ ਹੈ, ਨਹੀਂ ਤਾਂ ਫਿਰ ਇਹ ਰਿਐਕਟ ਕਰਨਾ ਸ਼ੁਰੂ ਕਰ ਦੂਗਾ। ਅਗਲਾ ਸਵਾਲ, ਹਜ਼ੂਰ ਜੀ ਮੇਰੇ ਜਿਹੜੇ ਹਸਬੈਂਡ ਹਨ ਉਹ ਬਿਮਾਰ ਰਹਿੰਦੇ ਹਨ। ਉਹ ਮੈਨੂੰ ਕਹਿੰਦੇ ਹਨ ਕਿ ਜਾਂ ਤਾਂ ਬਾਬਾ ਜੀ ਮੈਨੂੰ ਠੀਕ ਕਰਨ ਦੇਣ ਜਾਂ ਫਿਰ ਆਪਣੇ ਨਾਲ ਲੈ ਜਾਣ। ਹਜ਼ੂਰ ਜੀ ਨੇ ਕਹਾ ਕਿ ਦੇਖੋ ਬੇਟਾ, ਸਾਨੂੰ ਕਦੇ ਵੀ ਗਿਲਾ ਸ਼ਿਕਵਾ ਨਹੀਂ ਲੈਣਾ ਚਾਹੀਦਾ ਹੈ। ਪਰਮਾਰਥ ਦੇ ਵਿੱਚ ਕਦੇ ਵੀ ਆਪਾਂ ਨੇ ਸ਼ਰਤਾਂ ਨਹੀਂ ਲੈ ਕੇ ਆਣੀ ਹੈ। ਆਪਣੇ ਗੁਰੂ ਦੇ ਸਾਹਮਣੇ, ਉਸ ਪਰਮਾਤਮਾ ਦੇ ਸਾਹਮਣੇ ਆਪਾਂ ਨੇ ਸ਼ਰਤਾਂ ਨਹੀਂ ਰੱਖਣੀਆਂ। ਉਹ ਮਾਲਿਕ ਬਿਹਤਰ ਜਾਣਦਾ ਹੈ ਕਿ ਸਾਡੇ ਵਾਸਤੇ ਕੀ ਚੰਗਾ ਹੈ ਤੇ ਕੀ ਚੰਗਾ ਨਹੀਂ। ਆਪਾਂ ਤਾਂ ਬੇਟਾ ਉਹਦੇ ਭਾਣੇ ਦੇ ਵਿੱਚ ਰਹਿਣਾ ਹੈ। ਅਗਲਾ ਸਵਾਲ, ਹਜ਼ੂਰ ਜੀ ਕਹਿੰਦੇ ਆ ਕਿ ਜਿਹੜਾ ਕੰਸੈਂਟਰੇਸ਼ਨ ਹੈ, ਧਿਆਨ ਹੈ, ਉਹ ਤੀਸਰੇ ਤਿਲ ਦੇ ਵਿੱਚ ਹੀ ਟਿਕਾ ਸਕਦੇ ਆ ਮੈਡੀਟੇਸ਼ਨ ਦੇ ਵਿੱਚ ਬਹਿ ਕੇ। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਉਹ ਜਿਹੜਾ ਧਿਆਨ ਹੈ ਸਿਰਫ ਭਜਨ ਸਿਮਰਨ ਦੇ ਵਿੱਚ ਹੀ ਨਹੀਂ, ਉਹ ਤਾਂ ਜਦ ਆਪਾਂ ਸੋਚਦੇ ਆ ਧਿਆਨ ਟਿਕਾਵਾਂਗੇ ਤਾਂ ਉਹ ਐਵੇਂ ਵੀ ਟਿਕ ਜੂਗਾ, ਲੇਕਿਨ ਉਹ ਅਵਸਥਾ ਬਣੇਗੀ। ਆਪਾਂ ਨੇ ਜਿਹੜੀ ਅਵਸਥਾ, ਜਿਹੜਾ ਉਸੂਲ ਸਾਨੂੰ ਸਮਝਾਏ ਗਏ ਹਨ ਉਹਦੇ ਉੱਤੇ ਚੱਲਣਾ ਹੈ ਤੇ ਭਜਨ ਸਿਮਰਨ ਕਰਨਾ ਹੈ। ਅਗਲਾ ਸਵਾਲ, ਹਜ਼ੂਰ ਜੀ ਜਦ ਭਜਨ ਸਿਮਰਨ ਕਰਦੇ ਆ ਕਦੇ ਕਦੇ ਸਾਡੀ ਜਿਹੜੀ ਸਾਹ ਹਨ, ਬਰੀਥਿੰਗ ਹਨ, ਉਹ ਥੰਮ ਜੀ ਜਾਂਦੀ ਹੈ। ਹਜ਼ੂਰ ਜੀ ਨੇ ਕਿਹਾ ਕਿ ਬੇਟਾ ਆਪਾਂ ਨੇ ਇਹਦੇ ਉੱਤੇ ਧਿਆਨ ਨਹੀਂ ਦੇਣਾ ਹੈ। ਦੇਖੋ ਜਿੰਨਾ ਚਿਰ ਸਾਹ ਦਾ ਸਵਾਲ ਹੈ, ਬਰੀਥ ਦਾ ਸਵਾਲ ਹੈ, ਬੇਟਾ ਬੋਡੀ ਦੇ ਨਾਲ ਕਨੈਕਟਡ ਹੈ, ਆਤਮਾ ਦੇ ਨਾਲ ਨਹੀਂ। ਭਜਨ ਸਿਮਰਨ ਸਾਨੂੰ ਆਤਮਾ ਦੇ ਨਾਲ ਕਰਨਾ ਹੈ, ਆਪਾਂ ਨੂੰ ਉਸ ਅਵਸਥਾ ਦੇ ਵਿੱਚ ਜਾਣਾ ਹੈ। ਅਗਲਾ ਸਵਾਲ, ਹਜ਼ੂਰ ਜੀ 1994 ਦੇ ਵਿੱਚ ਮੈਨੂੰ ਨਾਮਦਾਨ ਮਿਲਿਆ ਸੀ। ਮੈਂ ਬਹੁਤ ਭਜਨ ਸਿਮਰਨ ਕਰਦੀ ਹੁੰਦੀ ਸੀ, ਮੇਰੀ ਸੂਰਤ ਵੀ ਝੜਦੀ ਸੀ ਤੇ ਮੈਨੂੰ ਤਰੱਕੀ ਵੀ ਮਿਲ ਰਹੀ ਸੀ। ਲੇਕਿਨ ਹੁਣ ਜਿਹੜਾ ਉਹ ਚੀਜ਼ ਹੈ ਉਹ ਮੈਥੋਂ ਕਈ ਖੋ ਗਈ। ਮੈਨੂੰ ਉਹ ਜਿਹੜਾ ਰਸ ਸੀ ਉਹ ਨਹੀਂ ਮਿਲ ਰਿਹਾ ਹੈ। ਹਜ਼ੂਰ ਜੀ ਨੇ ਸਮਝਾਇਆ ਕਿ ਬੇਟਾ ਦੇਖੋ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਮਾਲਿਕ ਸਾਡੇ ਤੋਂ ਕੋਈ ਚੀਜ਼ ਦੇ ਕੇ ਵਾਪਸ ਨਹੀਂ ਲੈਂਦਾ। ਉਹ ਸਾਡੇ ਵਾਸਤੇ ਨਹੀਂ ਕਰਦਾ। ਬੇਟਾ ਹਮਾਰਾ ਧਿਆਨ ਭਟਕ ਜਾਂਦਾ ਹੈ। ਬਾਬਾ ਜੀ ਕਹਿੰਦੇ ਆ ਨਾ ਕਿ ਦੇਖੇ, ਜਿਵੇਂ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ, ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਜੇ ਤੁਸੀਂ ਆਪਣਾ ਮੂੰਹ ਫੇਰ ਲੋਗੇ ਫਿਰ ਤੁਸੀਂ ਕਹੋਗੇ ਕਿ ਤੁਸੀਂ ਕਿੱਥੇ ਚਲੇ ਗਏ। ਮੈਂ ਤਾਂ ਕਿਤੇ ਨਹੀਂ ਗਿਆ। ਤੁਹਾਡਾ ਜਿਹੜਾ ਧਿਆਨ ਹੈ ਉਹ ਪਰਲੇ ਪਾਸੇ ਹੋ ਗਿਆ। ਆਪਾਂ ਆਪਣੇ ਧਿਆਨ ਨੂੰ ਫਿਰ ਉਸੇ ਪਾਸੇ ਲਾਵਾਂਗੇ ਤਾਂ ਫਿਰ ਧਿਆਨ ਟਿਕ ਜੂਗਾ। ਇਹ ਤਾਂ ਬੇਟਾ ਸਾਡੇ ਹੱਥ ਦੇ ਵਿੱਚ ਹੈ, ਆਪਾਂ ਨੂੰ ਧਿਆਨ ਟਿਕਾਣਾ ਹੈ। ਧਿਆਨ ਵਾਪਸ ਲੈ ਕੇ ਆਵਾਂਗੇ ਤਾਂ ਫਿਰ ਉਹ ਚੀਜ਼ ਵਾਪਸ ਆ ਜੂਗੀ। ਉਹ ਕਿਤੇ ਜਾਂਦਾ ਨਹੀਂ ਹੈ। ਮਾਲਿਕ ਕੋਈ ਚੀਜ਼ ਦੇ ਕੇ ਵਾਪਸ ਨਹੀਂ ਲੈਂਦਾ ਬੇਟਾ। ਅਗਲਾ ਸਵਾਲ, ਹਜ਼ੂਰ ਜੀ ਮੈਂ ਚਾਹੁੰਦੀ ਆ ਕਿ ਜਿਵੇਂ ਮੈਂ ਸਤਸੰਗ ਤੇ ਘਰ ਦੇ ਵਿੱਚ ਆਂਦੀ ਹੈ, ਮੇਰੇ ਹਸਬੈਂਡ ਜਿਹੜੇ ਆ, ਮੇਰੇ ਪਤੀ ਜਿਹੜੇ ਹੈ, ਉਹ ਵੀ ਸਤਸੰਗ ਘਰ ਦੇ ਵਿੱਚ ਆਵੇ। ਹਜ਼ੂਰ ਜੀ ਨੇ ਕਿਹਾ ਕਿ ਦੇਖੋ ਬੇਟਾ, ਇਹ ਜਿਹੜਾ ਮਾਰਗ ਹੈ ਇਹ ਪ੍ਰੇਮ ਔਰ ਪਿਆਰ ਦਾ ਮਾਰਗ ਹੈ। ਆਪਾਂ ਨੇ ਕਿਸੇ ਦੇ ਨਾਲ ਫੋਰਸ ਨਹੀਂ ਕਰਨਾ ਹੈ। ਉਹ ਮਾਲਿਕ ਜਿਸ ਨੂੰ ਬੁਲਾਵੇਗਾ ਬੁਲਾ ਲਵੇਗਾ। ਬੇਟਾ ਜਿਨ੍ਹਾਂ ਨੂੰ ਉਹਨੇ ਬੁਲਾਣਾ ਹੈ 7 ਸਮੁੰਦਰ ਪਾਰ ਵੀ ਬੁਲਾ ਲਵੇਗਾ। ਜਿਨ੍ਹਾਂ ਨੂੰ ਨਹੀਂ ਬੁਲਾਣਾ, ਪਾਸ ਬੈਠੇ ਨੂੰ ਵੀ ਨਹੀਂ ਬੁਲਾਣਾ। ਤਾਂ ਆਪਾਂ ਤਾਂ ਬੇਟਾ ਉਹਦੇ ਭਾਣੇ ਦੇ ਵਿੱਚ ਰਹਿਣਾ। ਉਹ ਬਿਹਤਰ ਜਾਣਦਾ ਹੈ ਸਾਡੇ ਵਾਸਤੇ ਕੀ ਚੰਗਾ ਹੈ ਤੇ ਕੀ ਨਹੀਂ। ਆਪਾਂ ਨੇ ਕਿਸੇ ਦੇ ਉੱਤੇ ਦਬਾਅ ਨਹੀਂ डालना है। ये प्रेम का मार्ग है। अगला सवाल, हुजूर जी
ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਵਿੱਚ ਜਦ ਉਹ ਚੋਲਾ ਛੱਡ ਰਹੀ ਸੀਗੇ, ਉਹਨਾਂ ਨੇ ਕਿਹਾ ਸੀ ਕਿ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ ਕੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੀਸ ਝੁਕਾਉਣਾ ਚਾਹੀਦਾ ਹੈ? ਹਜ਼ੂਰ ਜੀ ਨੇ ਕਿਹਾ ਕਿ ਬੇਟਾ ਦੇਖੋ, ਸਾਨੂੰ ਤਾਂ ਸਾਰੇ ਗ੍ਰੰਥਾਂ ਪੋਥੀਆਂ ਦੇ ਅੱਗੇ ਸਰ ਝੁਕਾਉਣਾ ਚਾਹੀਦਾ ਹੈ, ਕਿਉਂਕਿ ਉਹ ਸੰਤਾਂ ਮਹਾਤਮਾ ਦੀ ਬਾਣੀ ਹੈ। ਬੇਟਾ ਜਿੰਨਾ ਚਿਰ ਸਾਨੂੰ ਸਮਝਣ ਦੀ ਲੋੜ ਹੈ ਕਿ ਆਪਾਂ ਕਿਸੇ ਨੂੰ ਵੀ ਗੁਰੂ ਮੰਨਦੇ ਆ ਜਿਹੜਾ ਸਾਨੂੰ ਸਿਖਾਉਂਦਾ ਹੈ। ਬੇਟਾ ਜਿਹੜੀ ਬਾਣੀ ਉਹਦੇ ਵਿੱਚ ਲਿਖੀ ਹੋਈ ਹੈ ਆਪਾਂ ਨੂੰ ਉਹ ਪੜ੍ਹਨੀ ਹਾਂ। ਸਿਰਫ ਪੜ੍ਹਨ ਦੇ ਨਾਲ ਨਹੀਂ ਹੋਣ ਲੱਗਾ ਬੇਟਾ, ਸਮਝਣੀ ਵੀ ਹੈ ਤੇ ਕਰਨੀ ਦਾ ਮਾਰਗ ਹੈ, ਕਰਕੇ ਵਿਖਾਣਾ ਹੈ। ਬੇਟਾ ਬਾਣੀਆਂ ਨੂੰ ਪੜ੍ਹ ਕੇ ਉਹਨਾਂ ਦੇ ਉੱਤੇ ਅਮਲ ਦੇ ਉੱਤੇ ਲਾਣਾ ਹੈ, ਤਾਂ ਸਾਡੀ ਚੜਾਈ ਹੋਵੇਗੀ। ਅਗਲਾ ਸਵਾਲ, ਹਜ਼ੂਰ ਜੀ ਮੈਂ ਡਾਕਟਰਾਂ ਦੇ ਚੱਕਰ ਲਗਾਉਂਦਾ ਹਾਂ, ਹਸਪਤਾਲਾਂ ਦੇ ਚੱਕਰ ਲਗਾਉਂਦਾ ਰਹਿੰਦਾ ਹਾਂ, ਕਦੇ ਕਦੇ ਮੈਨੂੰ ਰੋਸ਼ ਆ ਜਾਂਦਾ ਹੈ, ਮੈਂ ਗੁੱਸਾ ਹੋ ਕੇ ਬਹਿ ਜਾਂਦਾ ਹਾਂ ਬਾਬਾ ਜੀ ਤੋਂ, ਕੀ ਇਹ ਮੇਰੇ ਕਰਮ ਨੇ? ਹਜ਼ੂਰ ਜੀ ਨੇ ਕਿਹਾ ਕਿ ਬੇਟਾ ਸਾਰੀ ਖੇਡ ਹੀ ਕਰਮਾਂ ਦੀ ਹੈ, ਆਪਾਂ ਨੇ ਕਦੇ ਵੀ ਕਿਸੇ ਨੂੰ ਸ਼ਿਕਾਇਤ ਨਹੀਂ ਲਾਣੀ ਹੈ, ਇਹ ਸਾਡੇ ਕਰਮਾਂ ਦਾ ਹੈ। ਕਰਮੋ ਕਰਮੀ ਆਪਣੀ ਕੇ ਨੇੜੇ ਕੇ ਤੂੰ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਵਰਜਨ। ਬੇਟਾ ਜਿਹੜਾ ਕੁਝ ਵੀ ਸਾਡੇ ਕਰਮਾਂ ਦੇ ਕਾਰਨ ਹੋ ਰਿਹਾ ਹੈ ਉਹ ਸਾਨੂੰ ਐਕਸੈਪਟ ਕਰਨ ਦੀ ਲੋੜ ਹੈ। ਭਜਨ ਸਿਮਰਨ ਕਰੋ, ਉਸ ਮਾਲਿਕ ਦੇ ਉੱਤੇ ਵਿਸ਼ਵਾਸ ਰੱਖੋ, ਉਹ ਆਪਣੇ ਆਪ ਸਾਡੀ ਸੰਭਾਲ ਕਰੂਗਾ। ਅਗਲਾ ਸਵਾਲ, ਹਜ਼ੂਰ ਜੀ ਮੈਂ ਇਨੀਸ਼ੀਏਟਡ ਨਹੀਂ ਹਾਂ, ਮੈਨੂੰ ਨਾਮਦਾਨ ਨਹੀਂ ਮਿਲਿਆ ਹੈ, ਲੇਕਿਨ ਹਜ਼ੂਰ ਜੀ ਰਾਤ ਨੂੰ ਕਦੇ ਮੈਨੂੰ ਬਹੁਤ ਰੋਣਾ ਆ ਜਾਂਦਾ ਹੈ, ਮੈਂ ਕਿਸੇ ਚੀਜ਼ ਨੂੰ ਸੋਚ ਲੈਂਦਾ ਹਾਂ ਤਾਂ ਮੇਰੇ ਮਾਂ-ਬਾਪ ਮੈਨੂੰ ਚੁੱਪ ਕਰਾਉਂਦੇ ਹਨ। ਹਜ਼ੂਰ ਜੀ ਨੇ ਕਿਹਾ ਕਿ ਦੇਖੋ ਬੇਟਾ, ਇਹ ਆਪਣਾ ਸਭ ਦਾ ਆਪਣਾ ਨਿੱਜੀ ਦਾਇਰਾ ਹੈ। ਕਦੇ ਕੁਝ ਸਿਚੁਏਸ਼ਨਲ ਦੁੱਖ ਇਹੋ ਜਿਹੇ ਹੋ ਜਾਂਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ, ਕੁਝ ਇਹ ਵਰਤ ਜਾਂਦਾ ਹੈ, ਕੁਝ ਸਿਚੁਏਸ਼ਨ ਐਸੀ ਆ ਜਾਂਦੀ ਹੈ ਕਿ ਆਪਾਂ ਉਹਨਾਂ ਨੂੰ ਲੈ ਕੇ ਬਹਿ ਜਾਂਦੇ ਹਾਂ। ਤਾਂ ਬੇਟਾ ਸਾਨੂੰ ਅੱਗੇ ਵਧਣ ਦੀ ਲੋੜ ਹੈ, ਆਪਾਂ ਉਸ ਚੀਜ਼ ਨੂੰ ਭੁਲਾਵਾਂਗੇ ਤਾਂ ਹੀ ਅੱਗੇ ਵਧ ਪਾਵਾਂਗੇ। ਅਗਲਾ ਸਵਾਲ, ਹਜ਼ੂਰ ਜੀ ਸ਼ਾਦੀ ਦੇ ਵਿੱਚ ਕੀ ਆਪਾਂ ਨੂੰ ਜਾਤ ਪਾਤ ਵੇਖਣੀ ਚਾਹੀਦੀਆਂ ਹਨ? ਹਜ਼ੂਰ ਜੀ ਨੇ ਕਿਹਾ ਕਿ ਬੇਟਾ ਉਹ ਜ਼ਮਾਨਾ ਚਲਾ ਗਿਆ, ਆਪਾਂ ਨੂੰ ਤਾਂ ਬੇਟਾ ਚੰਗੇ ਇਨਸਾਨ ਦੇਖਣੇ ਚਾਹੀਦੇ ਹਨ, ਜਾਤ ਪਾਤ ਵੇਖ ਕੇ ਨਹੀਂ ਕੁਝ ਹੋਣ ਲੱਗਾ। ਜੇ ਇਨਸਾਨ ਚੰਗੇ ਹਨ ਤਾਂ ਬੇਟਾ ਜ਼ਿੰਦਗੀ ਸੌਖੀ ਹੋ ਜੂ। ਅਗਲਾ ਸਵਾਲ, ਹਜ਼ੂਰ ਜੀ ਮੈਂ ਸਤਸੰਗ ਘਰ ਨਹੀਂ ਆ ਪਾਉਂਦੀ, ਮੇਰੇ ਘਰ ਦੇ ਵਿੱਚ ਬਹੁਤ ਪੂਜਾ ਪਾਠ ਹੁੰਦੀਆਂ ਹਨ, ਰਿਚੁਅਲਸ ਹੁੰਦੇ ਹਨ, ਮੇਰਾ ਭੋਰਾ ਵੀ ਜੀ नहीं लगता। हुजूर जी ने कहा कि बेटा यही तो खूबसूरती है परमार्थ की कि आप सारा कुछ करते हुए भी आप भक्ति कर सकती हो। देखो बेटा, ये जड़ा परमार्थ का सफर है, ये बेटा कोई एक दायरे का गुलाम नहीं है, आप जहां पर भी हैं आप वहीं से इस सफर को शुरू कर सकती है। ਤੁਹਾਨੂੰ ਦੇਖੋ सत्संग भी ਤੇ क्वेश्चन आंसर भी YouTube ਤੇ ਮਿਲ ਜਾਂਦੇ ਹਨ, ਤੇ ਤੁਸੀਂ ਬੜੇ ਆਰਾਮ ਦੇ ਨਾਲ ਸੁਣ ਸਕਦੇ ਹੋ, ਤੇ ਜਿਹੜਾ ਸਤਸੰਗ ਤੁਹਾਨੂੰ ਸਮਝਾਇਆ ਜਾਂਦਾ ਹੈ ਉਸ ਨੂੰ ਅਮਲ ਦੇ ਉੱਤੇ ਲਾ ਸਕਦੇ ਹੋ। ਜਿਹੜਾ ਭਜਨ ਸਿਮਰਨ ਤੁਹਾਨੂੰ ਦਿੱਤਾ ਗਿਆ ਹੈ ਉਸ ਨੂੰ ਤੁਸੀਂ ਕਰੋ, ਫਿਰ ਉਸ ਮਾਲਿਕ ਦੇ ਅੱਗੇ ਮੌਜ ਹੈ ਬੇਟਾ, ਆਪਾਂ ਨੂੰ ਕਿਸੇ ਦਾਇਰੇ ਦਾ ਗੁਲਾਮ ਨਹੀਂ ਬਣਨਾ। ਅਗਲਾ ਸਵਾਲ, ਹਜ਼ੂਰ ਜੀ ਮੈਨੂੰ ਤੁਹਾਨੂੰ ਦੇਖ ਕੇ ਬਾਬਾ ਜੀ ਤੇ ਤੁਹਾਡੇ ਵਿੱਚ ਕੋਈ ਅੰਤਰ ਨਹੀਂ ਨਜ਼ਰ ਆਉਂਦਾ, ਤੁਸੀਂ ਤਾਂ ਸਾਡੇ ਲਈ ਬਾਬਾ ਜੀ ਵਰਗੇ ਹੀ ਹੋ, ਬਾਬਾ ਜੀ ਦੇ ਬਰਾਬਰ ਹੀ ਹੋ। ਹਜ਼ੂਰ ਜੀ ਨੇ ਕਿਹਾ ਕਿ ਦੇਖੋ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਪਰ ਹਜ਼ੂਰ ਜੀ ਨੇ ਕਿਹਾ ਹੈ ਕਿ बेटा आई एम नॉट इवन इक्वल टू डस्ट ऑफ हिज फीट, कि बेटा मैं तो उन्हां दे चरनां दी धूल दे बराबर भी नहीं है। इस क्वेश्चन तो आप समझ सकते हैं कि इन्नी वड्डी शख्सियत जिहड़े कि साडे गुरु हन वो किन्ने नम्र हन कि अपने आप नूं इस तरीके दे नाल बोल रहे हन। सानूं ये जिहड़ी नम्रता है वो अपने गुरु तो सीखनी चाहिए है, ते हुजूर जी ने कई बार ये चीज कही है। ये देखो कि इन्ने वड्डी गद्दी ते बैठ के एक गुरु ये कह रहा है कि मैं धूल दे बराबर भी नहीं, ये सानू सिखण दी लोड़ है। अगला सवाल, हुजूर जी मेरे बच्चियां नू आप जी ब्लैस करो, आशीर्वाद दो। हुजूर जी ने कहा कि देखो सानू एक चंगा माता पिता बनने दी लोड़ है, ही अ गुड एग्जाम्पल। देखो जिहो जिहा उदाहरण आपां सैट करांगे बच्चे उदा तो सीखते हैं। बच्चे किते तो नहीं सीखते, बच्चे सब तो ज्यादा अपने घर तो सीखते हैं। जिहो जिहा माहौल आपां उन्हां दे सामने रखांगे वो उस तो ही सीखांगे। तो अपने घर का माहौल चंगा अपनाओ, मालक नूं याद रखो, बच्चे अपने आप अगे वधणगे। हुजूर जी कदे कदे साडी जिंदगी दे विच सानू लगदा है कि कोई गलत कर रहा है, कि सानू उन्हां नूं सिखाना चाहिदा है, कि उन्हां नूं कहना चाहिदा है कि बे तू गलत कर रहा है, कदे कदे जिवें कोई किसी जानवर नूं मार रहा है या कुछ कर रहा है। हुजूर जी ने कहा कि देखो सारी चीज़ां ते तां सानू ऑब्जेक्शन नहीं उठाना चाहिदा, लेकिन जे कोई साडे जान पछाण दा है, जे आप उन्होंने समझा सकते हैं, साडी सुन सकता है तो जरूर करना चाहिए है। लेकिन बेटा जिहड़ा ये मार्ग है आपको लड़ाई झगड़े का मार्ग नहीं बनाना है कि आप उन्होंने अगेंस्ट ही खड़े हो जाइए।
ਆਪਾਂ ਨੂੰ ਜੋ ਵੀ ਕਰਨਾ ਹੈ ਬੜੇ ਪ੍ਰੇਮ ਔਰ ਪਿਆਰ ਦੇ ਨਾਲ ਕਰਨਾ ਹੈ। ਅਗਲਾ ਸਵਾਲ, हुजूर जी कदे कदे जद ਆਪਾਂ ਤੋਂ ਮਿਸਟੇਕ ਹੋ ਜਾਂਦੀ ਹੈ, ਆਪਾਂ ਝੂਠ ਬੋਲ ਦਿੰਦੇ ਆ, ਸਾਨੂੰ ਗਿਲਟ ਮਹਿਸੂਸ ਹੁੰਦਾ ਹੈ, ਇਹ ਲੱਜਾ ਆਂਦੀ ਹੈ। हुजूर जी ने कहा कि देखो बेटा जे इस गिल्ट ਨੂੰ ਲੈ ਕੇ ਬੈਠੇ ਰਹੋਗੇ ਫਿਰ ਤਾਂ ਨਾ ਕੁਝ ਹੋਣ ਲੱਗਾ। बेटा गलतियां हो जांदियां लेकिन गलती तो सीखना है, सीखांगे ਅੱਗੇ ਉਹਨਾਂ ਨੂੰ ਰਿਪੀਟ नहीं करांगे तो बेटा फिर वो मालिक सब कुछ ठीक करूगा। लेकिन गलती तो सीखांगे नहीं, बार बार करते रहांगे तो फिर बेटा सानू कौन सियाणा कहूगा। अगला सवाल, हुजूर जी एक अवस्था होंदी है इश्क हकीकी दी, वो कद आंदी है? हुजूर जी ने कहा कि बेटा देखो इश्क हकीकी लास्ट लेवल हुंदा है। हुजूर जी ने कहा कि बेटा इश्क हकीकी लास्ट लेवल हुंदा है जद वो साधक, जद वो शिष्य अपने आप ਨੂੰ ਗੁਰੂ ਦੇ ਸਾਹਮਣੇ ਸੁਪੁਰਦ ਕਰ ਦਿੰਦਾ ਹੈ, ਸਰੈਂਡਰ ਕਰ ਦਿੰਦਾ ਹੈ, ਉਹਦੇ ਭਾਣੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ, ਉਹਦੇ ਭਾਣੇ ਨੂੰ ਮੰਨ ਕੇ ਸਾਰਾ ਕੁਝ ਕਰਨਾ ਸ਼ੁਰੂ ਕਰ ਦਿੰਦਾ ਹੈ, ਤਦ ਉਹ ਅਵਸਥਾ ਆਉਂਦੀ ਹੈ ਬੇਟਾ। ਜਦ ਫਿਰ ਮੈਂ ਨਹੀਂ ਰਹਿੰਦੀ ਫਿਰ ਤਾਂ ਉਹੀ ਉਹ ਹੋ ਜਾਂਦਾ ਹੈ। ਉਹ ਅਵਸਥਾ ਜਦ ਸਾਡੀ ਬਣੂਗੀ ਫਿਰ ਆਪਾਂ ਉਸ ਅਵਸਥਾ ਦੇ ਉੱਤੇ ਪਹੁੰਚਾਂਗੇ ਕਿ ਆਪਾਂ ਇਸ਼ਕ ਹਕੀਕੀ ਕਰ ਪਾਵਾਂਗੇ। ਸੱਚਾ ਇਸ਼ਕ ਉਹੀ ਹੈ ਬੇਟਾ ਜਿਹੜਾ ਆਪਾਂ ਆਪਣੇ ਮੁਰਸ਼ਿਦ ਦੇ ਭਾਣੇ ਦੇ ਵਿੱਚ ਰਵੇਂ, ਉਹਨਾਂ ਦੀ ਗੱਲ ਨੂੰ ਮੰਨੇ। ਅਗਲਾ ਸਵਾਲ, हुजूर जी मैं एक इंजीनियर बनना चाहती हाँ ते बट मैं बहुत ही लथार्जिक हाँ, मैनू आलस आ जाता है पढ़ाई के वास्ते। हुजूर जी ने कहा कि देखो बेटा कोई भी जन्म तो सॉफ्टवेयर इंजीनियर डेवलपर बन के नहीं आउंदा, सारे इत्थे ही आके सिखते ने, मेहनत करते ने तां उस मुकाम के उत्ते पहुंचते हैं। तो बेटा सानू मेहनत करन दी लोड़, मेहनत करांगे वो मालिक सही समझूगा तो उस मुकाम के उत्ते पहुंचांगे। अगला सवाल, हुजूर जी जिंदगी ਦੇ ਵਿੱਚ ਬਹੁਤ ਕਸ਼ਟ ਆ ਜਾਂਦੇ ਆ ਕਦੇ ਕਦੇ। हुजूर जी ने कहा कि देखो बेटा ਜਿਹੜਾ ਕੁਝ ਵੀ ਕਸ਼ਟ ਜੋ ਕੁਝ ਵੀ ਸਾਡੀ ਜ਼ਿੰਦਗੀ ਦੇ ਵਿੱਚ ਬੀਤ ਰਿਹਾ ਹੈ ਬੇਟਾ ਸਾਡੇ ਕਰਮਾਂ ਕਰਕੇ ਬੀਤ ਰਿਹਾ, ਕਿਸੇ ਹੋਰ ਦੇ ਕਾਰਨ ਨਹੀਂ ਬੀਤ ਰਿਹਾ। ਇਸ ਕਰਕੇ ਹੀ ਸਾਨੂੰ ਭਜਨ ਸਿਮਰਨ ਦਿੱਤਾ ਗਿਆ ਹੈ। ਆਪਾਂ ਭਜਨ ਸਿਮਰਨ ਕਰਾਂਗੇ ਸਾਡੇ ਅੰਦਰ ਉਹ ਤਾਕਤ ਆਵੇਗੀ ਕਿ ਆਪਾਂ ਹੱਸੀ ਹੱਸੀ ਇਹਨਾਂ ਚੀਜ਼ਾਂ ਤੋਂ ਨਿਕਲ ਜਾਵਾਂਗੇ। ਬੇਟਾ ਸਾਨੂੰ ਵਿਸ਼ਵਾਸ ਕਰਨ ਦੀ ਲੋੜ ਹੈ, ਵਿਸ਼ਵਾਸ ਕਰਾਂਗੇ ਉਹ ਮਾਲਿਕ ਸਾਡਾ ਹੱਥ ਫੜੂਗਾ। ਅਗਲਾ ਸਵਾਲ, हुजूर जी ਕਦੇ ਕਦੇ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਸਿਚੁਏਸ਼ਨ ਬਣ ਜਾਂਦੀ ਹੈ ਕਿ ਸਾਨੂੰ ਨੌਨ ਵੈਜ ਮਾਸਾਹਾਰ ਲੈਣਾ ਪੈਂਦਾ ਹੈ ਜਾਂ ਸਾਨੂੰ ਆਫਰ ਹੁੰਦਾ ਹੈ, ਆਪਾਂ ਉਸ ਸਥਿਤੀ ਦੇ ਵਿੱਚ ਕੀ ਕਰੀਏ। हुजूर जी ने कहा कि बेटा देखो ਹੁਣ ਉਹ ਦਿਨ ਜਿਹੜੇ ਹਨ ਉਹ ਜਾ ਚੁੱਕੇ ਹਨ ਕਿ ਜਦ ਸਾਨੂੰ ਸਾਡੇ ਅੱਗੇ ਇੱਕ ਹੀ ਆਪਸ਼ਨ ਹੁੰਦਾ ਸੀ। ਅਬ ਤੋਂ ਬੇਟਾ ਇੱਕ ਪਾਸੇ ਨੌਨ ਵੈਜ ਹੈ ਦੂਸਰੇ ਪਾਸੇ ਵੈਜ ਔਰ ਬੜੇ ਆਰਾਮ ਦੇ ਨਾਲ ਮਿਲ ਜਾਂਦਾ ਹੈ। ਜ਼ਰੂਰੀ ਤਾਂ ਨਹੀਂ ਕਿ ਕਿਸੇ ਨੂੰ ਮਾਰ ਕੇ ਆਪਣੇ ਸਵਾਦ ਚਖਾ ਜਾਵੇ, ਬੇਟਾ ਦਾਲ ਰੋਟੀ ਵੀ ਖਾਈ ਜਾ ਸਕਦੀ ਹੈ। बेटा देखो समझण दी लोड़ है, कर्मां दा खेल है, किसी नूं मारोगे कर्म तां बेटा चुकाने पैने हैं, ये थोड़े उत्ते मुनस्सर है। अगला सवाल, हुजूर जी मैं पूछना चाहुंदा कि मैनूं शादी करनी है तां शादी दा की कोई चंगा वक्त की हुंदा है, सही समय की हुंदा है। हुजूर जी ने समझाया कि देखो बेटा सब तो पहला तां सानूं ये कल भी बेनती कीती गई सी कि आपां कदे भी अपनी जिंदगी इकल्ले नहीं बिता सकते, आपां नूं किसी दे सहारे दी लोड़ पैंदी है। जिन्ना चिर बेटा सही टाइम की गल है बेटा जद भी तुहानू सही लगे तुसी समझो कि तुसी कंफर्टेबल हो, कंपैटिबल हो, तुसी उस वक्त शादी कर सकते हो। बेटा पहले जमाने दे विच जल्दी मैरिज कर दी जाती थी क्योंकि बच्चे बिगड़ते नहीं सी, जल्दी घर बार समझ जाता सी। हुण सारियां चीज़ां पिछे रह गई हैं। मैं नहीं कहता कि अज दा वक्त ठीक नहीं है, लेकिन फिर भी सानू सही वक्त देख के अपने पैरों के उत्ते खड़े होकर अगे बढ़ना चाहिए। हुजूर जी मेरे घर दे जिहड़े हन ਉਹ ਬਹੁਤ ਐਕਸਪੈਕਟੇਸ਼ਨਸ ਰੱਖਦੇ ਹਨ ਮਾਰਕਸ ਨੂੰ ਲੈ ਕੇ ਕਿ ਮੇਰੇ ਨੰਬਰ ਆ ਜਾਣ ਚੰਗੇ। हुजूर जी ने कहा कि ਤੁਸੀਂ ਵੀ ਐਕਸਪੈਕਟੇਸ਼ਨ ਰੱਖਿਆ ਕਰੋ ਆਪਣੇ ਮਾਂ-ਬਾਪ ਤੋਂ ਕਿ ਜੀ ਭਜਨ ਸਿਮਰਨ ਕਰੋ ਫਿਰ ਆਪਾਂ ਪੜਾਂਗੇ। हुजूर जी ने कहा कि बेटा देखो ਸਾਨੂੰ ਐਕਸਪੈਕਟੇਸ਼ਨਸ ਨਹੀਂ ਰੱਖਣੀ ਹੈ, ਜੋ ਮਾਲਿਕ ਸਾਡੇ ਵਾਸਤੇ ਕਰੂਗਾ ਠੀਕ ਕਰੂਗਾ। ਅਗਲਾ ਸਵਾਲ, हुजूर जी ਸਤਸੰਗ ਦੇ ਵਿੱਚ ਕਿਹਾ ਜਾਂਦਾ ਹੈ ਦਰਸ਼ਨ ਦਿੱਤੇ ਜਾਂਦੇ ਹਨ ਲਿੱਤੇ ਨਹੀਂ ਜਾਂਦੇ ਤੇ ਆਪਣੇ ਜਿਹੜੀ ਚੀਜ਼ ਉਹ ਕਿਸੇ ਨੂੰ ਬਤਾਣੀ ਨਹੀਂ ਚਾਹੀਦੀ। ਲੇਕਿਨ हुजूर जी ਕਦੇ ਕਦੇ ਮੇਰੇ ਸੁਪਨੇ ਦੇ ਵਿੱਚ ਇਹੋ ਜਿਹੀ ਅਵਸਥਾ ਬਣਦੀ ਹੈ ਕਿ ਮੈਨੂੰ ਤੁਹਾਡੇ ਦਰਸ਼ਨ ਹੋ ਜਾਂਦੇ ਹਨ ਤੇ ਮੈਂ ਇਹ ਸਾਰਾ ਕੁਝ ਆਪਣੀ ਮੰਮੀ ਨੂੰ ਦੱਸ ਦਿੰਦੀ ਤਾਂ हुजूर जी ਕੀ ਇਹ ਠੀਕ ਹੈ? हुजूर जी ने ਹੱਸਦੇ ਹੋਏ ਕਿਹਾ ਕਿ ਕੋਈ ਨਾ, ਤੁਹਾਨੂੰ ਪਰਮਿਸ਼ਨ ਹੈ, ਤੁਸੀਂ ਦੱਸ ਸਕਦੇ ਹੋ। ਅਗਲਾ ਸਵਾਲ, हुजूर जी ਕਦੇ ਕਦੇ ਗਲਤੀ ਨਾਲ ਸਾਨੂੰ ਗਲਤੀ ਹੋ ਜਾਂਦੀ ਹੈ, ਸਾਨੂੰ ਅਹਿਸਾਸ ਨਹੀਂ ਹੁੰਦਾ, ਆਪਾਂ ਕੀ ਕਰੀਏ? हुजूर जी ने कहा कि देखो जे गलती नाल बेटा आप जहर भी खा लियांगे ना असर तो बेटा उसका भी होवेगा। सानू एक चीज समझण दी लोड़ है कि गलती हो गई है कोई ना, लेकिन बेटा उहदे तो सीखोगे, अगे वधोगे,
फिर रिपीट नहीं करोगे तो बेटा कुछ बनूगा नहीं, तो फिर उत्थे तो उत्थे रह जाएंगे। अगला सवाल, हुजूर जी कदे कदे आप बोर्ड्स एग्जाम दिंदे ਹਨ ਜਾਂ ਹੋਰ ਕੋਈ ਪੇਪਰ ਦਿੰਦੇ ਹਨ, ਕਦੇ ਕਦੇ ਆਪਾਂ ਡੀਮੋਟੀਵੇਟ ਹੋ ਜਾਂਦੇ ਹਾਂ, ਨਿਰਾਸ਼ਾ ਸਾਨੂੰ ਹੱਥ ਲੱਗਦੀ ਹੈ, ਆਪਾਂ ਕੀ ਕਰੀਏ? हुजूर जी ने कहा कि बेटा आप अपनी जिंदगी के विच ना एक्सपेक्टेशन ला के बह जाते हैं, उम्मीदा ला के बह जाते हैं। आप सोचते हैं कि ये नहीं मिला तो सारी जिंदगी खराब हो जाएगी। बेटा ये जो नहीं होंदा, अगे बढ़ो, मालिक सानू होर बख्शिश करूगा। ये नहीं कि नंबरां दे नाल ही बनते हैं। तुसीं देखो इन्ने वड्डे वड्डे बिजनेसमैन हन, गुरु बैठे हैं कि ये नंबर लैके बैठे हैं कि सारियां दे 100 नंबर आए हैं तां करके इत्थे बैठे हैं। बेटा उस मालिक ने सारियां नू ताकत दित्ती, ਆਪਾਂ ਨੂੰ ਆਪਣੀ ਕਮਜ਼ੋਰੀਆਂ ਨੂੰ ਵੇਖਦੇ ਹੋਏ ਉਸ ਦੇ ਉੱਤੇ ਕੰਮ ਕਰਨਾ ਹੈ ਤੇ ਅੱਗੇ ਵਧਣਾ ਹੈ। हुजूर जी कोई ਇਹੋ ਜੀ ਗੱਲ ਦੱਸੋ ਕਿ ਆਪ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਜ਼ਿੰਦਗੀ ਯਾਦ ਰੱਖ ਸਕੀਏ। हुजूर जी ने ਕਿਹਾ ਕਿ ਦੇਖੋ ਬੇਟਾ ਜਿਹੜੇ ਸਤਸੰਗ ਸਮਾਗਮ ਹੁੰਦੇ ਹਨ ਸਾਨੂੰ ਸਿਖਾਉਣ ਵਾਸਤੇ ਹੁੰਦੇ ਹਨ। ਆਪਾਂ ਨੂੰ ਇੱਥੇ ਤੋਂ ਉਹ ਚੀਜ਼ ਤਾਂ ਜ਼ਰੂਰ ਸਿੱਖਣੀ ਚਾਹੀਦੀ ਹੈ ਜਿਹੜੀ ਸਾਡੇ ਅੰਦਰ ਕਮੀ ਹੈ। ਆਪਣੀ ਕਮੀ ਨੂੰ ਸਭ ਤੋਂ ਪਹਿਲਾਂ ਸੁਧਾਰੀਏ ਤੇ ਆਪਣੀ ਕਮੀ ਨੂੰ ਸੁਧਾਰਦੇ ਹੋਏ फिर अगली चीज के उत्ते बढ़िए, चंगी चीज सीखो ते फिर दोबारा उस चीज के उत्ते ना आओ। अगला सवाल, हुजूर जी कदे कदे साडी जिंदगी दे विच एक साथ ही बहुत सारी प्रॉब्लम्स आ जाती है ते आपां किवें उस चीज नूं सॉर्ट आउट करिए। हुजूर जी ने कहा कि देखो सब तो पहला ये सानू ये सोचण दी लोड़ है कि किहड़ी प्रॉब्लम सब तो वड्डी है, पहला जिहड़ी अहम है उन्हां नूं सॉर्ट आउट करन दी लोड़ है। फिर जब तुसीं अगे ते वधोगे तां तुहाडी मैक्सिमम प्रॉब्लम तां उत्थे ही खत्म हो जाऊगी। ਤਾਂ ਸਾਨੂੰ ਪ੍ਰੋਸੀਜਰ ਦੇ ਨਾਲ ਚੱਲਣਾ ਹੈ ਤੇ ਮਾਲਿਕ ਤੇ ਉੱਤੇ ਵਿਸ਼ਵਾਸ ਰੱਖਣਾ ਹੈ, ਉਹ ਸਾਨੂੰ ਬੜੇ ਆਰਾਮ ਦੇ ਨਾਲ ਉੱਥੇ ਤੋਂ ਨਿਕਾਲ ਦੇਊਗਾ। ਵਿਸ਼ਵਾਸ ਰੱਖਾਂਗੇ ਤਾਂ ਬੇਟਾ ਹੋਵੇਗਾ। ਤਾਂ ਇਹ ਸੀਗੇ ਕੁਝ ਕੁਐਸਚਨ ਆਨਸਰ ਜਿਹੜੇ ਕਿ ਅੱਜ ਉੱਥੇ ਹੋਏ। ਕੱਲ ਐਤਵਾਰ ਦੇ ਦਿਨ ਸਤਸੰਗ ਹੋਵੇਗਾ। ਬਾਬਾ ਜੀ ਤੇ ਹੁਜੂਰ ਜੀ ਦੀ ਮੌਜ ਹੈ ਕਿ ਕੌਣ ਸਤਸੰਗ ਕਰਦਾ ਹੈ ਤੇ ਕੱਲ ਸਤਸੰਗ 10 ਵਜੇ ਦਾ ਹੈ। ਜਿਨ੍ਹਾਂ ਨੂੰ ਵੀ ਇਹਦਾ ਅਭਿਆਸ ਆਣਾ ਹੈ ਬੜੀ ਖੁਸ਼ੀ ਦੇ ਨਾਲ आ सकते हैं जी। राधा स्वामी जी। मेरे सतगुरु मिलेंगे, पूछेंगे खुश